ਪਿਆਰੇ ਵਿਦਿਆਰਥੀਓ, ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਮੈਥ ਵਿਦ ਆਰਕੇ 'ਤੇ। ਜਿਵੇਂ ਕਿ ਤੁਹਾਨੂੰ ਪਤਾ ਹੈ, ETT ਸੈਕਿੰਡ ਪੇਪਰ ਵਾਸਤੇ ਜਿਹੜੀ ਮੇਰੀ ਨਾਗਰਿਕ ਸ਼ਾਸਤਰ ਟੌਪਿਕ ਉੱਤੇ 200 ਮਹੱਤਵਪੂਰਨ ਕੁਐਸਚਨਾਂ ਦੀ ਰਿਵੀਜ਼ਨ ਸੀਰੀਜ਼ ਚੱਲ ਰਹੀ ਹੈ, ਉਸ ਨੂੰ ਅੱਗੇ ਵਧਾਉਂਦੇ ਹੋਏ ਮੈਂ ਅੱਜ ਤੁਹਾਡੇ ਲਈ ਲੈ ਕੇ ਆਇਆ ਹਾਂ ਸੰਸਦ ਦੇ ਕੁਝ ਮਹੱਤਵਪੂਰਨ ਕੁਐਸਚਨ। ਅਤੇ ਜਿਹੜੇ ਵਿਦਿਆਰਥੀ ਨੇ ਮੇਰਾ ਚੈਨਲ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਉਹ ਜ਼ਰੂਰ ਸਬਸਕ੍ਰਾਈਬ ਕਰ ਲੈਣ, ਕਿਉਂਕਿ ਮੇਰੇ ਚੈਨਲ 'ਤੇ ETT ਸੰਬੰਧੀ ਹਰ ਟੌਪਿਕ 'ਤੇ ਵੀਡੀਓ ਆਉਣੀ ਹੈ ਜਾਂ ਜੋ ਵੀ ਵੀਡੀਓ ਆ ਚੁੱਕੀ ਹੈ ਉਹ ਤੁਸੀਂ ਆਸਾਨੀ ਨਾਲ ਵੇਖ ਸਕੋ। ਅਤੇ ਵੀਡੀਓ ਥੱਲੇ ਬਣੇ ਘੰਟੀ ਨੂੰ ਵੀ ਜ਼ਰੂਰ ਦਬਾ ਦਿਓ। ਵਿਦਿਆਰਥੀਓ, ਅੱਜ ਆਪਾਂ ਨਵਾਂ ਟੌਪਿਕ ਸ਼ੁਰੂ ਕਰਨ ਜਾ ਰਹੇ ਹਾਂ। ਅੱਜ ਦਾ ਆਪਣਾ ਟੌਪਿਕ ਹੈ ਸੰਸਦ, ਪਾਰਲੀਮੈਂਟ। ਜਿਵੇਂ ਤੁਹਾਨੂੰ ਸਕਰੀਨ 'ਤੇ ਵੇਖ ਰਹੀ ਹੈ, ਇਸ ਦੇ ਬਹੁਤ ਹੀ ਕੁਐਸਚਨ ਆਉਂਦੇ ਨੇ ਜਿਹੜੇ ਆਪਾਂ ਨੂੰ ਕਨਫਿਊਜ਼ ਵੀ ਕਰਦੇ ਨੇ ਅਤੇ ਕੁਝ ਸੌਖੇ ਵੀ ਹੁੰਦੇ ਨੇ। ਜਿਹੜੇ ਕਨਫਿਊਜ਼ ਕਰਦੇ ਨੇ ਉਹ ਆਪਾਂ ਲਗਭਗ ਰੱਟੇ ਹੀ ਲਾਏ ਹੁੰਦੇ ਹੈ। ਜੇਕਰ ਉਹ ਕੁਐਸਚਨ ਆਪਾਂ ਕਰਨੇ ਆ ਤਾਂ ਉਸ ਤੋਂ ਪਹਿਲਾਂ ਆਪਾਂ ਨੂੰ ਥੋੜ੍ਹੀ ਜਿਹੀ ਇਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਤਾਂ ਇਸ ਲਈ ਮੈਂ ਕੀ ਕਰਾਂਗਾ, 5-7 ਮਿੰਟ ਮੈਂ ਤੁਹਾਨੂੰ ਉਸ ਦੇ ਬਾਰੇ ਜਾਣਕਾਰੀ ਦੇਵਾਂਗਾ। ਉਸ ਤੋਂ ਬਾਅਦ ਜਿਹੜਾ ਆਪਣਾ ਉਹ MCQ ਸੀਰੀਜ਼ ਚੱਲੇਗੀ। ਅਤੇ ਵਿਦਿਆਰਥੀਓ, ਜੇ ਤੁਸੀਂ ਆ ਮੇਰੀ ਵੀਡੀਓ ਵੇਖ ਲਈ ਤਾਂ ਮੈਂ ਗਰੰਟੀ ਨਾਲ ਕਹਿ ਸਕਦਾ ਕਿ ਜਿਹੜੇ ਕੁਐਸਚਨ ਤੁਹਾਨੂੰ ਕਨਫਿਊਜ਼ ਕਰਦੇ ਨੇ ਉਹ ਤੁਸੀਂ ਹਮੇਸ਼ਾ ਲਈ ਉਹਨਾਂ ਨੂੰ ਯਾਦ ਕਰ ਲਵੋਗੇ। ਅਤੇ ਵਿਦਿਆਰਥੀਓ, ਜੇਕਰ ਆਪਾਂ ਗੱਲ ਕਰੀਏ ਸੰਸਦ ਦੀ, ਤਾਂ ਭਾਰਤੀ ਸੰਵਿਧਾਨ ਅਨੁਸਾਰ ਜਿਹੜੀ ਸੰਸਦ ਆ ਉਸ ਨੂੰ 3 ਭਾਗਾਂ ਵਿੱਚ ਵੰਡਿਆ ਹੋਇਆ ਹੈ। ਇੱਕ ਭਾਗ ਆਪਣਾ ਰਾਜ ਸਭਾ, ਇੱਕ ਭਾਗ ਆਪਣਾ ਲੋਕ ਸਭਾ ਅਤੇ ਇੱਕ ਭਾਗ ਆਪਣਾ ਰਾਸ਼ਟਰਪਤੀ। ਅਤੇ ਉਸ ਤੋਂ ਬਾਅਦ ਗੱਲ ਕਰੀਏ ਆਪਾਂ ਜੇਕਰ ਲੋਕ ਸਭਾ ਦੀ, ਤਾਂ ਲੋਕ ਸਭਾ ਨੂੰ ਆਪਾਂ ਲੋਅਰ ਹਾਊਸ ਵੀ ਕਹਿੰਦੇ ਹਾਂ, ਜਾਂ ਆਪਾਂ ਗੱਲ ਕਰੀਏ ਪੰਜਾਬੀ 'ਚ ਤਾਂ ਇਸ ਨੂੰ ਨਿਮਨ ਸਦਨ ਕਹਿੰਦੇ ਹਾਂ, ਮਤਲਬ ਹੇਠਲਾ ਸਦਨ। ਜੇਕਰ ਗੱਲ ਕਰੀਏ ਆਪਾਂ ਰਾਜ ਸਭਾ ਦੀ, ਤਾਂ ਰਾਜ ਸਭਾ ਨੂੰ ਆਪਾਂ ਅੱਪਰ ਹਾਊਸ ਕਹਿੰਦੇ ਹਾਂ, ਮਤਲਬ ਉੱਚ ਸਦਨ। ਠੀਕ ਹੈ ਜੀ। ਉਸ ਤੋਂ ਬਾਅਦ ਗੱਲ ਕਰੀਏ ਰਾਸ਼ਟਰਪਤੀ ਦੀ, ਤਾਂ ਉਹ ਤਾਂ ਮੈਂ ਪਿਛਲੀ ਵੀਡੀਓ 'ਚ ਕਰਾ ਹੀ ਚੁੱਕਿਆ ਉਹਨਾਂ ਦੇ ਆਰਟੀਕਲ ਲਈ, ਉਹਨਾਂ ਦੀ ਸ਼ਕਤੀਆਂ ਬਾਰੇ। ਤਾਂ ਵਿਦਿਆਰਥੀਓ, ਜੇਕਰ ਮੈਂ ਗੱਲ ਕਰਾਂ ਸੰਸਦ ਦੀ, ਤਾਂ ਜਿਹੜਾ ਆਰਟੀਕਲ 79 ਹੈ, ਇਸ ਦੇ ਅਧੀਨ ਜਿਹੜਾ ਸੰਸਦ ਹੈ ਉਸ ਦਾ ਗਠਨ ਹੋਇਆ ਸੀ। ਜੇਕਰ ਮੈਂ ਗੱਲ ਕਰਾਂ ਲੋਕ ਸਭਾ ਦੀ, ਤਾਂ ਆਰਟੀਕਲ 81 ਦੇ ਅਨੁਸਾਰ ਲੋਕ ਸਭਾ ਦਾ ਗਠਨ ਹੋਇਆ ਸੀ। ਜੇਕਰ ਮੈਂ ਗੱਲ ਕਰਾਂ ਰਾਜ ਸਭਾ ਦੀ ਜਾਂ ਲੋਅਰ ਹਾਊਸ ਦੀ, ਤਾਂ ਉਸ ਦਾ ਗਠਨ ਹੋਇਆ ਸੀ ਆਰਟੀਕਲ 80 ਦੇ ਅਨੁਸਾਰ। ਅਤੇ ਰਾਸ਼ਟਰਪਤੀ ਹੈ ਉਸ ਦਾ ਮੈਂ ਪਹਿਲੇ ਵੀਡੀਓ ਵਿੱਚ ਦੱਸ ਚੁੱਕਿਆ। ਜੇਕਰ ਗੱਲ ਕਰਾਂ ਮੈਂ ਲੋਕ ਸਭਾ ਦੀ, ਤਾਂ ਲੋਕ ਸਭਾ ਨੂੰ ਆਪਾਂ ਯਾਦ ਕਿਵੇਂ ਰੱਖਾਂਗੇ, ਲੋਕ ਸਭਾ ਮਤਲਬ ਲੋਅਰ ਹਾਊਸ, ਹੇਠਲਾ ਸਦਨ। ਅਤੇ ਉਸ ਤੋਂ ਬਾਅਦ ਗੱਲ ਆਉਂਦੀ ਹੈ ਰਾਜ ਸਭਾ ਦੀ, ਫਿਰ ਆਉਂਦੀ ਹੈ ਗੱਲ ਰਾਸ਼ਟਰਪਤੀ ਦੀ। ਜਿਹੜੀ ਲੋਕ ਸਭਾ ਹੈ, ਜੇਕਰ ਉਸ ਦੇ ਵਿੱਚ ਕੋਈ ਮੈਂਬਰ ਬਣਨਾ ਚਾਹੁੰਦਾ ਹੈ ਤਾਂ ਉਸ ਦੀ ਘੱਟੋ ਘੱਟ ਉਮਰ ਹੈ 25 ਸਾਲ, ਅਤੇ ਰਾਜ ਸਭਾ ਦਾ ਮੈਂਬਰ ਬਣਨ ਦੀ ਘੱਟੋ ਘੱਟ ਉਮਰ ਹੈ 30 ਸਾਲ, ਅਤੇ ਰਾਸ਼ਟਰਪਤੀ ਦੀ ਘੱਟ ਤੋਂ ਘੱਟ ਉਮਰ ਹੈ 35 ਸਾਲ। ਹੁਣ ਗੱਲ ਕਰਾਂਗੇ ਆਪਾਂ ਇਹਨਾਂ ਦੀ ਸੀਟਾਂ ਦੀ। ਤਾਂ ਵਿਦਿਆਰਥੀਓ, ਹੁਣ ਆਪਾਂ ਗੱਲ ਕਰਾਂਗੇ ਲੋਕ ਸਭਾ ਦੀਆਂ ਸੀਟਾਂ ਦੀ। ਜਿਹੜੀ ਲੋਕ ਸਭਾ ਦੀ ਸੀਟਾਂ ਨੇ ਉਹ ਮੈਕਸੀਮਮ 552 ਹੋ ਸਕਦੀਆਂ ਨੇ। ਜੇਕਰ ਗੱਲ ਕਰਾਂ ਮੈਂ ਹੁਣ ਤੱਕ ਆਪਾਂ ਕਿੰਨੀਆਂ ਸੀਟਾਂ ਭਰਦੇ ਹਾਂ, ਜਾਂ ਜਿਹੜੀ 17ਵੀਂ ਲੋਕ ਸਭਾ ਦੀ ਚੁਣਾਵ ਹੋਏ ਸੀ 2019 ਵਿੱਚ, ਉਸ ਦੇ ਅਨੁਸਾਰ ਜਾਂ ਜਿਹਨੇ ਵੀ ਪਹਿਲਾਂ ਚੁਣਾਵ ਹੋਏ ਨੇ ਉਸ ਦੇ ਅਨੁਸਾਰ ਆਪਾਂ ਸਿਰਫ 545 ਸੀਟਾਂ ਹੀ, ਜਾਂ 545 ਮੈਂਬਰ ਹੀ ਜਿਹੜੇ ਉਹ ਲੋਕ ਸਭਾ ਦੇ ਵਿੱਚ ਚੁਣੇ ਜਾਂਦੇ ਨੇ। ਜੇਕਰ ਗੱਲ ਕਰਾਂ ਇਹਨਾਂ 545 ਵਿੱਚ, ਤਾਂ 545 ਦੇ ਵਿੱਚ ਆਪਾਂ ਅੱਗੇ ਹੋਰ ਡਿਵਾਈਡ ਕਰਾਂਗੇ 543 + 2। 543 ਉਹ ਨੇ ਜਿਨ੍ਹਾਂ ਨੂੰ ਆਪਾਂ ਜਿਹੜੇ ਨਾਗਰਿਕ ਨੇ ਭਾਰਤ ਦੇ ਉਹ ਚੁਣ ਕੇ ਭੇਜਦੇ ਨੇ। ਅਤੇ ਜੇਕਰ ਬਾਕੀ ਰਹਿ ਗਈਆਂ 2 ਸੀਟਾਂ, ਇਹ 2 ਸੀਟਾਂ ਉਹ ਨੇ ਜਿਹੜੇ ਰਾਸ਼ਟਰਪਤੀ ਨੇ ਇਹਨਾਂ ਦਾ ਚੁਣਾਵ ਕਰਦੇ ਨੇ, ਜਿਹੜੀ ਐਂਗਲੋ ਇੰਡੀਅਨ ਵਾਸਤੇ ਰੱਖੀ ਹੁੰਦੀ ਹੈ। ਅਤੇ ਐਂਗਲੋ ਇੰਡੀਅਨ ਪੇਪਰ ਦੇ ਵਿੱਚ ਕੁਐਸਚਨ ਆਉਂਦਾ ਵੀ ਜਿਹੜੀ 2 ਸੀਟਾਂ ਨੇ ਉਹਨਾਂ ਦਾ ਚੁਣਾਵ ਕੌਣ ਕਰਦਾ ਹੈ, ਤਾਂ ਉਹਨਾਂ ਦਾ ਚੁਣਾਵ ਕਰਦਾ ਹੈ ਜਾਂ ਨੋਮੀਨੇਸ਼ਨ ਹੁੰਦਾ ਹੈ ਰਾਸ਼ਟਰਪਤੀ ਦੁਆਰਾ। ਅਤੇ ਰਾਸ਼ਟਰਪਤੀ ਹੈ ਉਹ ਜਿਹੜੀ ਮੰਤਰੀ ਮੰਡਲ ਹੈ ਉਹਨਾਂ ਦੀ ਸਲਾਹ ਕਰਕੇ ਹੀ ਇਹਨਾਂ ਦੋਵਾਂ ਐਂਗਲੋ ਇੰਡੀਅਨ ਨੂੰ ਚੁਣਦਾ ਹੈ। ਜੇਕਰ ਪੇਪਰ 'ਚ ਆਪਸ਼ਨ ਆਵੇ ਵੀ ਕੌਣ ਚੁਣਦਾ, ਤੁਸੀਂ ਉੱਥੇ ਰਾਸ਼ਟਰਪਤੀ ਹੀ ਟਿਕ ਕਰਨਾ ਹੈ। ਹੁਣ ਤੱਕ ਤੁਸੀਂ ਇਹਨਾਂ ਦੀ ਸੀਟਾਂ ਬਾਰੇ ਕਿਤੇ ਨਾ ਕਿਤੇ ਜ਼ਰੂਰ ਪੜ੍ਹਿਆ ਹੋਣਾ, ਜਾਂ ਕਿਸੇ ਕਿਤਾਬ ਵਿੱਚੋਂ, ਜਾਂ ਨੈੱਟ 'ਤੇ, ਜਾਂ ਕਿਸੇ ਲਾਇਬ੍ਰੇਰੀ ਤੋਂ। ਜਿਹੜੀ ਇਹਨਾਂ ਦੀ ਸੀਟਾਂ ਨੇ ਉਹਨਾਂ ਨੂੰ ਵੱਖ ਵੱਖ ਢੰਗ ਨਾਲ ਲਿਖਿਆ ਹੁੰਦਾ ਹੈ।
ਜਿਵੇਂ 552 ਜਾਂ ਉਹ ਲਿਖਦੇ ਨੇ 545 ਪਲੱਸ 7 ਜਾਂ ਉਹ ਲਿਖਦੇ ਨੇ 543 ਪਲੱਸ 2 ਪਲੱਸ 7। ਤਾਂ ਮੈਂ ਤੁਹਾਨੂੰ ਆ ਸਾਰਾ ਸਮਝਾ ਦਿੱਤਾ ਹੈ। ਜਿਹੜਾ 545 ਕਿਹੜੀਆਂ ਨੇ ਜਾਂ 543 ਪਲੱਸ 2 ਕਿਹੜੀਆਂ ਨੇ ਜਾਂ 552 ਕਿਹੜੀਆਂ ਨੇ। ਹੁਣ ਆਪਾਂ ਗੱਲ ਕਰਦੇ ਹਾਂ, ਜਾਂ ਤੁਸੀਂ ਸੋਚਦੇ ਹੋਣੇ ਵੀ ਆ ਜਿਹੜੇ 7 ਸੀਟਾਂ ਨੇ ਉਹ ਆਪਾਂ ਕਿਉਂ ਨਹੀਂ ਭਰ ਸਕਦੇ। ਹੁਣ ਆਪਾਂ ਗੱਲ ਕਰਾਂਗੇ ਉਹਨਾਂ 7 ਸੀਟਾਂ ਦੀ ਜਿਹੜੀ ਹੁਣ ਤੱਕ ਕਦੇ ਵੀ ਨਹੀਂ ਭਰੀਆਂ ਗਈਆਂ, ਕਿਉਂਕਿ ਜਿਹੜੀਆਂ ਆ 7 ਸੀਟਾਂ ਨੇ ਉਹ POK ਦੇ ਵਿੱਚ ਮੌਜੂਦ ਨੇ। POK ਮਤਲਬ ਜਿਹੜਾ ਕੁਝ ਹਿੱਸਾ ਜਿਹੜਾ ਭਾਰਤ ਦਾ ਪਾਕਿਸਤਾਨ ਕੋਲ ਹੈ ਉਸ ਨੂੰ POK ਕਹਿੰਦੇ ਆ। POK ਪਾਕ ਓਕੂਪਾਈਡ ਕਸ਼ਮੀਰ, ਜਿਹਨੂੰ ਆਪਾਂ ਪਾਕ ਅਧਿਕ੍ਰਿਤ ਕਸ਼ਮੀਰ ਵੀ ਕਹਿੰਦੇ ਆ। ਜਦੋਂ ਆ POK ਵਾਲਾ ਹਿੱਸਾ ਭਾਰਤੀ ਜਿਹੜੇ ਨਕਸ਼ੇ ਵਿੱਚ ਆ ਗਿਆ, ਉਸ ਤੋਂ ਬਾਅਦ ਆਪਾਂ ਇਹਨਾਂ 7 ਸੀਟਾਂ ਦੇ ਹੀ ਜਿਹੜੇ ਲੋਕ ਸਭਾ ਦੇ ਮੈਂਬਰ ਆ ਉਹ ਚੁਣ ਸਕਦੇ ਹਾਂ। ਤਾਂ ਉਸ ਟਾਈਮ ਜਿਹੜੀਆਂ ਪੂਰੀਆਂ 552 ਸੀਟਾਂ ਨੇ ਉਹ ਫਿਲ ਹੋ ਜਾਣੀਆਂ ਨੇ। ਤਾਂ ਵਿਦਿਆਰਥੀਓ ਹੁਣ ਆਪਾਂ ਗੱਲ ਕਰਾਂਗੇ 2 ਐਂਗਲੋ ਇੰਡੀਅਨ। ਤੁਸੀਂ ਸੋਚਦੇ ਹੋਣੇ ਵੀ ਇਹਨਾਂ ਦੋਵਾਂ ਐਂਗਲੋ ਇੰਡੀਅਨ ਦੀ ਜ਼ਰੂਰਤ ਕਿਉਂ ਪਈ, ਜਾਂ ਕਿ ਉਹ ਕਿਹੜੇ 2 ਵਿਅਕਤੀ ਨੇ ਜਿਹੜੇ ਰਾਸ਼ਟਰਪਤੀ ਜਿਹੜੇ 2 ਡਾਇਰੈਕਟ ਹੀ ਸਿਲੈਕਟ ਕਿਉਂ ਕਰਦੇ ਨੇ। ਤਾਂ ਮੈਂ ਦੱਸਾਂਗਾ ਜਿਹੜਾ ਐਂਗਲੋ ਇੰਡੀਅਨ ਹੈ ਉਹਨਾਂ ਦੀ ਜਿਹੜਾ ਆਰਟੀਕਲ 81 ਹੈ ਉਸ ਦੇ ਅਨੁਸਾਰ ਕਿੱਥੇ ਵੀ ਕੋਈ ਪਰਿਭਾਸ਼ਾ ਨਹੀਂ ਹੈ। ਪਰ ਜੇਕਰ ਗੱਲ ਕਰੀਏ ਇਹਨਾਂ ਦੀ ਸੀਟਾਂ ਦੀ ਵੀ ਜਿਹੜੀ 2 ਸੀਟਾਂ ਉਹ ਕਿਉਂ ਰੱਖਦੇ ਹਾਂ ਆਪਾਂ, ਉਹ ਆਰਟੀਕਲ 331 ਦੇ ਵਿੱਚ ਇਹਨਾਂ ਸੀਟਾਂ ਦੀ ਗੱਲ ਕੀਤੀ ਗਈ ਹੈ। ਜੇਕਰ ਗੱਲ ਕਰਾਂ ਮੈਂ ਇਹਨਾਂ ਦੀ ਪਰਿਭਾਸ਼ਾ ਵੀ ਆ 2 ਐਂਗਲੋ ਇੰਡੀਅਨ ਕਿਹੜੇ ਹੁੰਦੇ ਨੇ, ਤਾਂ ਉਹਨਾਂ ਦੀ ਜਿਹੜੀ ਪਰਿਭਾਸ਼ਾ ਹੈ ਉਹ ਆਰਟੀਕਲ 366 ਵਿੱਚ ਇਹਨਾਂ ਦੀ ਪਰਿਭਾਸ਼ਾ ਪਈ ਹੈ। ਤਾਂ ਤੁਸੀਂ ਯਾਦ ਰੱਖਣਾ, ਆਰਟੀਕਲ 331 ਇਹਨਾਂ ਦੀ ਸੀਟਾਂ ਦਾ ਵਰਣਨ ਕਰਦਾ ਹੈ, ਆਰਟੀਕਲ 366 ਇਹਨਾਂ ਦੀ ਪਰਿਭਾਸ਼ਾ ਦਾ ਵਰਣਨ ਕਰਦਾ ਹੈ, ਪਰੰਤੂ ਆਰਟੀਕਲ 81 ਦੇ ਵਿੱਚ ਇਹਨਾਂ ਦੋਵਾਂ ਸੀਟਾਂ ਦਾ ਕੋਈ ਵੀ ਜ਼ਿਕਰ ਨਹੀਂ ਹੈ। ਹੁਣ ਆਪਾਂ ਗੱਲ ਕਰਨੇ ਆ ਐਂਗਲੋ ਇੰਡੀਅਨ। ਜਿਹੜੇ ਐਂਗਲੋ ਇੰਡੀਅਨ ਨੇ ਜਾਂ ਐਂਗਲੋ ਭਾਰਤੀ ਨੇ ਉਹ ਵਿਅਕਤੀ ਨੇ ਜਿਨ੍ਹਾਂ ਦਾ ਸਬੰਧ ਜਾਂ ਮੂਲ ਸਬੰਧ ਜਿਹੜਾ ਅੰਗਰੇਜ਼ਾਂ ਨਾਲ ਹੈ, ਜਾਂ ਮੈਂ ਸਿੱਧਾ ਗੱਲ ਕਰਾਂ ਉਹ ਵਿਅਕਤੀ ਜਿਨ੍ਹਾਂ ਦੇ ਦਾਦਾ ਜੀ ਜਾਂ ਜਿਨ੍ਹਾਂ ਦੇ ਪਿਤਾ ਜੀ ਅੰਗਰੇਜ਼ ਸਨ ਅਤੇ ਉਹਨਾਂ ਦਾ ਵਿਆਹ ਜਿਹੜਾ ਭਾਰਤ ਦੇ ਕਿਸੇ ਮਹਿਲਾ ਨਾਲ ਹੋਇਆ। ਤਾਂ ਇਸ ਤਰ੍ਹਾਂ ਉਹ ਵਿਅਕਤੀ ਜਿਸ ਦਾ ਸਬੰਧ ਡਾਇਰੈਕਟ ਜਾਂ ਇਨਡਾਇਰੈਕਟ ਅੰਗਰੇਜ਼ਾਂ ਨਾਲ ਹੈ ਉਹਨਾਂ ਨੂੰ ਆਪਾਂ ਐਂਗਲੋ ਇੰਡੀਅਨ ਕਹਿੰਦੇ ਹਾਂ। ਅਤੇ ਰਾਸ਼ਟਰਪਤੀ ਹੈ ਉਹ ਜਿਹੜਾ 2 ਐਂਗਲੋ ਇੰਡੀਅਨ ਵਾਸਤੇ ਜਿਹੜੀ ਸੀਟਾਂ ਹੈ ਉਹ ਬਚਾ ਕੇ ਰੱਖਦਾ ਹੈ। ਤਾਂ ਉਮੀਦ ਕਰਦਾ ਤੁਹਾਨੂੰ ਐਂਗਲੋ ਇੰਡੀਅਨ ਉਹ 2 ਸੀਟਾਂ ਜਾਂ ਉਹ 7 ਸੀਟਾਂ ਜਿਹੜੀਆਂ ਆਪਾਂ ਨਹੀਂ ਭਰ ਸਕਦੇ ਉਹ ਤੁਹਾਨੂੰ ਸਮਝ ਆ ਗਈ ਹੋਣੀ। ਹੁਣ ਆਪਾਂ ਗੱਲ ਕਰਾਂਗੇ ਲੋਕ ਸਭਾ ਦੇ ਮੈਂਬਰ ਦਾ ਕਾਰਿਆਕਾਲ। ਜੇਕਰ ਗੱਲ ਕਰਾਂ ਮੈਕਸੀਮਮ, ਤਾਂ ਜਿਹੜਾ ਲੋਕ ਸਭਾ ਹੈ ਮੈਂਬਰ ਉਸ ਦਾ ਕਾਰਿਆਕਾਲ ਮੈਕਸੀਮਮ 5 ਸਾਲ ਦਾ ਹੁੰਦਾ ਹੈ। 5 ਸਾਲ ਤੋਂ ਘੱਟ ਵੀ ਹੋ ਸਕਦਾ ਹੈ। ਜੇਕਰ ਲੋਕ ਸਭਾ ਪਹਿਲਾਂ ਹੀ ਭੰਗ ਹੋ ਜਾਵੇ ਤਾਂ ਉਹਨਾਂ ਦੇ ਮੈਂਬਰ ਹੈ ਉਹਨਾਂ ਦਾ ਕਾਰਿਆਕਾਲ ਵੀ ਉਸ ਅਨੁਸਾਰ ਪਹਿਲਾਂ ਹੀ ਖਤਮ ਹੋ ਜਾਂਦਾ ਹੈ। ਪਰ ਸੰਵਿਧਾਨ ਦੇ ਅਨੁਸਾਰ ਜਿਹੜਾ ਉਹਨਾਂ ਦਾ ਮੈਕਸੀਮਮ ਕਾਰਿਆਕਾਲ ਆ ਉਹ 5 ਸਾਲ ਦਾ ਹੁੰਦਾ ਹੈ। ਜੇਕਰ ਗੱਲ ਕਰਾਂ ਮੈਂ ਲੋਕ ਸਭਾ ਦੀ, ਤਾਂ ਲੋਕ ਸਭਾ ਹੈ ਉਹ ਇੱਕ ਅਸਥਾਈ ਅੰਗ ਹੈ। ਅਸਥਾਈ ਅੰਗ ਮਤਲਬ ਜਿਹੜਾ ਲੋਕ ਸਭਾ ਹੈ ਉਸ ਨੂੰ ਕਦੇ ਵੀ ਆਪਾਂ ਭੰਗ ਕਰ ਸਕਦੇ ਹਾਂ। ਅਤੇ ਜਿਹੜੀ ਲੋਕ ਸਭਾ ਦੀ ਮੈਂ ਕਹਿੰਦਾ ਵੀ ਕੌਣ ਭੰਗ ਕਰ ਸਕਦਾ ਹੈ, ਤਾਂ ਆ ਪ੍ਰਧਾਨ ਮੰਤਰੀ ਦੀ ਸਿਫਾਰਿਸ਼ 'ਤੇ ਰਾਸ਼ਟਰਪਤੀ ਭੰਗ ਕਰਦਾ ਹੈ। ਤਾਂ ਤੁਸੀਂ ਧਿਆਨ ਦੇਣਾ ਵੀ ਲੋਕ ਸਭਾ ਹੈ ਜਿਹੜੀ ਆ ਇੱਕ ਅਸਥਾਈ ਅੰਗ ਹੈ। ਆ ਕਦੇ ਵੀ ਆਪਣੇ 5 ਸਾਲ ਦੇ ਕਾਰਿਆਕਾਲ ਦੇ ਵਿਚਕਾਰ ਭੰਗ ਹੋ ਸਕਦੀ ਹੈ। ਅਤੇ ਇਹਨਾਂ ਨੂੰ ਭੰਗ ਕੌਣ ਕਰਦਾ ਹੈ, ਉਹ ਪ੍ਰਧਾਨ ਮੰਤਰੀ ਦੀ ਸਿਫਾਰਿਸ਼ 'ਤੇ ਰਾਸ਼ਟਰਪਤੀ ਕਰਦਾ। ਤਾਂ ਵਿਦਿਆਰਥੀਓ ਹੁਣ ਆਪਾਂ ਗੱਲ ਕਰਾਂਗੇ ਲੋਕ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ ਦੀ। ਤਾਂ ਮੌਜੂਦਾ 2019 ਤੋਂ ਬਾਅਦ ਜਿਹੜੀ 17ਵੀਂ ਲੋਕ ਸਭਾ ਦੇ ਚੁਣਾਵ ਹੋਏ ਨੇ ਉਹਨਾਂ ਦੇ ਵਿੱਚ ਜਿਹੜੇ ਲੋਕ ਸਭਾ ਦੇ ਸਪੀਕਰ ਨੇ ਉਹ ਨੇ ਓਮ ਬਿਰਲਾ ਜੀ, ਅਤੇ ਜਿਹੜੇ ਡਿਪਟੀ ਸਪੀਕਰ ਨੇ ਉਹ ਨੇ M ਥੰਬੀਦੁਰਈ ਜੀ। ਅਤੇ ਜੇਕਰ ਗੱਲ ਕਰਾਂ ਇਹਨਾਂ ਦੇ ਅਸਤੀਫੇ ਦੀ, ਤਾਂ ਜਿਹੜਾ ਲੋਕ ਸਭਾ ਦਾ ਸਪੀਕਰ ਹੈ ਉਹ ਆਪਣਾ ਅਸਤੀਫਾ ਡਿਪਟੀ ਸਪੀਕਰ ਨੂੰ ਪੇਸ਼ ਕਰਨਗੇ ਜਾਂ ਉੱਥੇ ਦੇਣਗੇ, ਅਤੇ ਜਿਹੜੇ ਡਿਪਟੀ ਸਪੀਕਰ ਹੈ ਉਹ ਆਪਣਾ ਅਸਤੀਫਾ ਲੋਕ ਸਭਾ ਦੇ ਸਪੀਕਰ ਨੂੰ ਦੇਣਗੇ। ਤਾਂ ਹੁਣ ਆਪਾਂ ਗੱਲ ਕਰਾਂਗੇ ਉਸ ਕੁਐਸਚਨ ਦੀ ਜਿਹੜਾ ਤੁਹਾਨੂੰ ਹਮੇਸ਼ਾ ਹੀ ਕਨਫਿਊਜ਼ ਕਰਦਾ ਹੋਣਾ। ਜੇਕਰ ਮੈਂ ਉਹ ਪੇਪਰ ਵਾਲਾ ਪੁੱਛੇ ਵੀ ਲੋਕ ਸਭਾ ਦਾ ਸਭ ਤੋਂ ਵੱਡਾ ਨੇਤਾ ਕੌਣ ਹੁੰਦਾ ਹੈ, ਤਾਂ ਤੁਸੀਂ ਟਿਕ ਕਰਨਾ ਹੈ ਪ੍ਰਧਾਨ ਮੰਤਰੀ, ਕਿਉਂਕਿ ਲੋਕ ਸਭਾ ਦਾ ਸਭ ਤੋਂ ਵੱਡਾ ਨੇਤਾ ਹੈ ਉਹ ਜਿਹੜਾ ਪ੍ਰਧਾਨ ਮੰਤਰੀ ਹੁੰਦਾ ਹੈ। ਉੱਥੇ ਤੁਸੀਂ ਲੋਕ ਸਭਾ ਦਾ ਸਪੀਕਰ ਟਿਕ ਨਹੀਂ ਕਰਨਾ, ਕਿਉਂਕਿ ਤੁਹਾਡਾ ਆਨਸਰ ਗਲਤ ਹੋ ਜਾਏਗਾ, ਕਿਉਂਕਿ ਲੋਕ ਸਭਾ ਜਿਸ ਦਾ ਸਭ ਤੋਂ ਵੱਡਾ ਨੇਤਾ ਜਿਹੜਾ ਪ੍ਰਧਾਨ ਮੰਤਰੀ ਹੁੰਦਾ ਹੈ। ਅਤੇ ਵਿਦਿਆਰਥੀਓ ਹੁਣ ਆਪਾਂ ਗੱਲ ਕਰਾਂਗੇ ਰਾਜ ਸਭਾ ਦੀ।
ਰਾਜ ਸਭਾ ਨੂੰ ਆਪਾਂ ਉਚਲਾ ਸਦਨ ਵੀ ਕਹਿੰਦੇ ਆ ਜਾਂ ਅੱਪਰ ਹਾਊਸ ਕਹਿੰਦੇ ਆ। ਅਤੇ ਰਾਜ ਸਭਾ ਹੈ ਉਹ ਜਿਹੜੀ ਆਰਟੀਕਲ 80 ਦੇ ਅਧੀਨ ਆਉਂਦੀ ਹੈ। ਜੇਕਰ ਮੈਂ ਗੱਲ ਕਰਾਂ ਰਾਜ ਸਭਾ ਦੀ ਮੈਕਸੀਮਮ ਸੀਟਾਂ, ਅਤੇ ਰਾਜ ਸਭਾ ਦੀ ਜਿਹੜੀ ਮੈਕਸੀਮਮ ਸੀਟਾਂ ਹੈ ਉਹ 250 ਹੋ ਸਕਦੀਆਂ ਨੇ, ਅਤੇ 250 ਵੀ ਆਪਾਂ ਕਦੇ ਪੂਰੀਆਂ ਨਹੀਂ ਭਰ ਸਕਦੇ। ਹੁਣ ਤੱਕ ਸਿਰਫ 245 ਹੀ ਭਰੀਆਂ ਗਈਆਂ ਨੇ। 245 ਦੀ ਜੇਕਰ ਮੈਂ ਗੱਲ ਕਰਾਂ ਤਾਂ ਆਪਾਂ ਇਹਨਾਂ ਨੂੰ ਅੱਗੇ 233 ਪਲੱਸ 12 'ਚ ਵੰਡਿਆ ਹੈ। 233 ਉਹ ਸੀਟਾਂ ਨੇ ਜਿਹੜੇ ਚੁਣ ਕੇ ਭੇਜੇ ਜਾਂਦੇ ਨੇ, ਅਤੇ 12 ਉਹ ਸੀਟਾਂ ਨੇ ਜਿਹੜੀ ਰਾਸ਼ਟਰਪਤੀ ਆਪਣੇ ਹਿੱਸੇ ਦੀ ਰੱਖਦਾ ਹੈ ਅਤੇ ਉਹਨਾਂ ਨੂੰ ਕਦੇ ਵੀ ਨੋਮੀਨੇਟ ਕਰ ਸਕਦਾ ਹੈ। ਅਤੇ ਆਹ ਜਿਹੜੀ 12 ਸੀਟਾਂ ਨੇ ਉਹ ਕਿਸੇ ਐਂਗਲੋ ਇੰਡੀਅਨ ਵਾਸਤੇ ਨਹੀਂ ਹੈਗੀਆਂ, ਭਾਰਤ ਦੇ ਨਾਗਰਿਕ ਹੀ ਹੁੰਦੇ ਨੇ। ਤਾਂ ਉਹ 12 ਨੇ ਜਿਹੜੇ ਆਪਣੇ ਖੇਤਰ ਦੇ ਵਿੱਚ ਜਿਨ੍ਹਾਂ ਨੇ ਐਕਸਪਰਟ ਨੇ ਜਾਂ ਕੋਈ ਵੱਡਾ ਕੰਮ ਕੀਤਾ ਹੋਇਆ ਹੈ। ਵੀ ਹਰ ਖੇਤਰ ਤੋਂ ਨਹੀਂ ਆ ਸਕਦੇ, ਸਿਰਫ 4 ਖੇਤਰਾਂ ਵਿੱਚੋਂ ਆ ਸਕਦੇ ਨੇ। ਇੱਕ ਕਹਿ ਸਕਦੇ ਹਾਂ ਆਪਾਂ ਵਿਗਿਆਨ, ਜਾਂ ਆ ਸਕਦੇ ਨੇ ਸਮਾਜ ਸੇਵਾ, ਜਾਂ ਆ ਸਕਦੇ ਨੇ ਸਾਹਿਤਯ ਕਲਾ ਦੇ ਵਿੱਚ ਸਾਹਿਤਯ, ਜਾਂ ਆ ਸਕਦੇ ਨੇ ਕਲਾ ਖੇਤਰ ਦੇ ਵਿੱਚ। ਕਲਾ ਖੇਤਰ ਮਤਲਬ ਕਈ ਵਿਦਿਆਰਥੀ ਸੋਚਦੇ ਹੋਣੇ ਵੀ ਕਿ ਖੇਡ ਦੇ ਖੇਤਰ ਵਿੱਚ ਆ ਸਕਦੇ ਨੇ। ਹਾਂਜੀ, ਜ਼ਰੂਰ ਆ ਸਕਦੇ ਨੇ, ਕਿਉਂਕਿ ਖੇਡਣਾ ਵੀ ਇੱਕ ਕਲਾ ਹੈ। ਜਿਵੇਂ ਸਚਿਨ ਤੇਂਦੁਲਕਰ ਜੀ ਨੂੰ ਜਾਂ ਮੈਰੀ ਕੋਮ ਜੀ ਨੂੰ ਰਾਜ ਸਭਾ ਦਾ ਜਿਹੜਾ ਉਹ ਮੈਂਬਰ ਬਣਾਇਆ ਹੋਇਆ ਸੀ, ਜਿਨ੍ਹਾਂ ਨੂੰ ਰਾਸ਼ਟਰਪਤੀ ਨੇ ਨੋਮੀਨੇਟ ਕੀਤਾ ਸੀ। ਤਾਂ ਤੁਸੀਂ ਧਿਆਨ ਦੇਣਾ, ਜਿਹੜੀ 12 ਸੀਟਾਂ ਨੇ ਜਿਹੜੀ ਰਾਸ਼ਟਰਪਤੀ ਨੋਮੀਨੇਟ ਕਰਦਾ ਹੈ, ਇਹਨਾਂ ਦਾ ਕਿੱਥੇ ਵੀ ਆਰਟੀਕਲ 80 ਦੇ ਵਿੱਚ ਵੇਰਵਾ ਨਹੀਂ ਹੈ, ਪਰ ਜਿਹੜੀ ਇਹਨਾਂ ਦੀ ਪਰਿਭਾਸ਼ਾ ਹੈ ਜਾਂ ਸੀਟਾਂ ਹੈ ਉਹ ਆਰਟੀਕਲ 80C ਦੇ ਵਿੱਚ ਮੌਜੂਦ ਹੈ, ਜਿਸ ਨੂੰ ਆਪਾਂ ਆਰਟੀਕਲ 80(3) ਵੀ ਕਹਿੰਦੇ ਹਾਂ। ਠੀਕ ਹੈ ਜੀ, ਜ਼ਰੂਰ ਧਿਆਨ ਦੇਣਾ। ਆਰਟੀਕਲ 80 ਦੇ ਵਿੱਚ ਕੋਈ ਇਸ ਦਾ ਵੇਰਵਾ ਨਹੀਂ ਹੈ 12 ਸੀਟਾਂ ਦਾ। ਇਹਨਾਂ 12 ਸੀਟਾਂ ਦਾ ਵੇਰਵਾ ਜਿਹੜਾ ਉਹ ਆਰਟੀਕਲ 80C ਦੇ ਵਿੱਚ ਹੈ। ਅਤੇ ਵਿਦਿਆਰਥੀ, ਹੁਣ ਆਪਾਂ ਗੱਲ ਕਰਾਂਗੇ ਰਾਜ ਸਭਾ ਦੇ ਕਾਰਿਆਕਾਲ ਦੀ। ਜਿਹੜਾ ਰਾਜ ਸਭਾ ਦਾ ਕਾਰਿਆਕਾਲ ਹੈ ਉਹ ਮੈਕਸੀਮਮ 6 ਸਾਲ ਦਾ ਹੁੰਦਾ ਹੈ। ਪਰੰਤੂ ਇੱਕ ਗੱਲ ਦਾ ਤੁਸੀਂ ਜ਼ਰੂਰ ਧਿਆਨ ਦੇਣਾ ਵੀ ਕਿੱਥੇ ਵੀ ਡਾਇਰੈਕਟ ਨਹੀਂ ਲਿਖਿਆ ਹੋਇਆ ਕਿ ਉਹਨਾਂ ਦਾ ਕਾਰਿਆਕਾਲ ਜਿਹੜਾ 6 ਸਾਲ ਦਾ ਹੁੰਦਾ ਹੈ। ਉੱਥੇ ਇੱਕ ਗੱਲ ਹੋਰ ਲਿਖੀ ਹੈ ਵੀ ਜਿੰਨੇ ਵੀ ਮੈਂਬਰ ਨੇ ਉਹਨਾਂ ਦਾ ਜਿਹੜਾ ਤੀਜਾ ਹਿੱਸਾ ਹੈ ਉਹ 2 ਸਾਲ ਲਈ ਉੱਥੇ ਮੌਜੂਦ ਰਹਿਣਗੇ। ਇਸ ਦਾ ਮਤਲਬ ਹੈ ਵੀ ਜਿੰਨੇ ਵੀ ਮੈਂਬਰ ਹੈਗੇ ਨੇ ਉਹਨਾਂ ਦਾ ਜਿਹੜਾ ਤੀਜਾ ਹਿੱਸਾ ਹੈ ਉਹ 2 ਸਾਲ ਤੱਕ ਉੱਥੇ ਕੰਮ ਕਰੇਗਾ। ਉਸ ਤੋਂ ਬਾਅਦ ਜਿਹੜਾ ਬਾਕੀ ਰਹਿ ਗਿਆ ਤੀਜਾ ਹਿੱਸਾ ਉਹ ਫਿਰ ਅਗਲੇ 2 ਸਾਲ ਲਈ ਕੰਮ ਕਰੇਗਾ। ਉਸ ਤੋਂ ਬਾਅਦ ਬਾਕੀ ਜਿਹੜਾ ਤੀਜਾ ਹਿੱਸਾ ਰਹਿ ਗਿਆ ਉਹ ਫਿਰ 2 ਸਾਲ ਲਈ ਕੰਮ ਕਰੇਗਾ। ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਟੋਟਲ ਜਿਹੜਾ ਰਾਜ ਸਭਾ ਹੈ ਉਹਨਾਂ ਦਾ ਕਾਰਿਆਕਾਲ ਹੈ ਮੈਂਬਰਾਂ ਦਾ ਉਹ 6 ਸਾਲ ਲਈ ਹੁੰਦਾ ਹੈ। ਇਸ ਤੋਂ ਆਪਾਂ ਨੂੰ ਇੱਕ ਗੱਲ ਹੋਰ ਵੀ ਜਿਹੜੀ ਸਾਬਤ ਹੁੰਦੀ ਹੈ, ਜਿਹੜਾ ਰਾਜ ਸਭਾ ਹੈ ਉਹਨਾਂ ਦੇ ਜਿਹੜੇ ਮੈਂਬਰ ਨੇ ਉਹ ਜਿਹੜੇ ਆਪਾਂ ਉਹਨਾਂ ਨੂੰ ਕਦੇ ਵੀ ਡਾਇਰੈਕਟ ਨਹੀਂ ਹਟਾ ਸਕਦੇ। ਤਾਂ ਇਸ ਲਈ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਰਾਜ ਸਭਾ ਹੈ ਉਹ ਇੱਕ ਸਥਾਈ ਅੰਗ ਹੈ। ਸਥਾਈ ਅੰਗ ਮਤਲਬ ਆਪਾਂ ਕਦੇ ਵੀ ਇਸ ਨੂੰ ਸਿੱਧਾ ਡਾਇਰੈਕਟ ਸਾਰਾ ਦਾ ਸਾਰਾ ਭੰਗ ਨਹੀਂ ਕਰ ਸਕਦੇ, ਕਿਉਂਕਿ ਇੱਥੇ ਜਿਹੜੇ ਮੈਂਬਰ ਨੇ ਉਹ ਹਰ ਜਿਹੜੇ 2 ਸਾਲ ਬਾਅਦ ਉਹ ਚੇਂਜ ਹੁੰਦੇ ਰਹਿੰਦੇ ਨੇ। ਇਸ ਤਰ੍ਹਾਂ ਆਪਾਂ ਇਸ ਨੂੰ ਕਦੇ ਵੀ ਡਾਇਰੈਕਟ ਭੰਗ ਨਹੀਂ ਕਰ ਸਕਦੇ। ਇਸ ਲਈ ਤੁਸੀਂ ਜ਼ਰੂਰ ਯਾਦ ਰੱਖਣਾ ਜਿਹੜੀ ਰਾਜ ਸਭਾ ਹੈ ਉਹ ਇੱਕ ਸਥਾਈ ਅੰਗ ਹੈ। ਤਾਂ ਵਿਦਿਆਰਥੀ, ਹੁਣ ਆਪਾਂ ਗੱਲ ਕਰਾਂਗੇ ਰਾਜ ਸਭਾ ਦੇ ਸਭਾਪਤੀ ਦੀ। ਤਾਂ ਜਿਹੜਾ ਰਾਜ ਸਭਾ ਦਾ ਸਭਾਪਤੀ ਹੈ ਉਹ ਭਾਰਤ ਦੇ ਜਿਹੜੇ ਉਪ ਰਾਸ਼ਟਰਪਤੀ ਨੇ ਉਹ ਹੀ ਜਿਹੜੇ ਰਾਜ ਸਭਾ ਦੇ ਸਭਾਪਤੀ ਹੁੰਦੇ ਨੇ। ਅਤੇ ਜਿਹੜੇ ਰਾਜ ਸਭਾ ਦੇ ਉਪ ਸਭਾਪਤੀ ਨੇ ਉਹ ਨੇ ਹਰੀਵੰਸ਼ ਨਾਰਾਇਣ ਸਿੰਘ ਜੀ। ਅਤੇ ਜਿਹੜੇ ਸਭਾਪਤੀ ਨੇ ਜਿਹੜੇ ਭਾਰਤ ਦੇ ਉਪ ਰਾਸ਼ਟਰਪਤੀ ਨੇ ਹੁਣ ਵੈਂਕਈਆ ਨਾਇਡੂ ਜੀ। ਤਾਂ ਜੇਕਰ ਆਪਾਂ ਗੱਲ ਕਰੀਏ ਇਹਨਾਂ ਦੇ ਅਸਤੀਫੇ ਦੀ, ਤਾਂ ਜਿਹੜੇ ਰਾਜ ਸਭਾ ਹੈ ਉਹਨਾਂ ਦੇ ਜਿਹੜੇ ਸਭਾਪਤੀ ਨੇ ਵੈਂਕਈਆ ਨਾਇਡੂ ਜੀ, ਇੱਕ ਗੱਲ ਤੁਸੀਂ ਜ਼ਰੂਰ ਧਿਆਨ ਦੇਣਾ ਕਿ ਜਿਹੜੇ ਰਾਜ ਸਭਾ ਹੈ ਉਹਨਾਂ ਦੇ ਜਿਹੜੇ ਸਭਾਪਤੀ ਵੈਂਕਈਆ ਨਾਇਡੂ ਜੀ ਨੇ ਉਹ ਰਾਜ ਸਭਾ ਦੇ ਮੈਂਬਰ ਨਹੀਂ ਹਨ, ਕਿਉਂਕਿ ਉਹ ਇਸ ਕਰਕੇ ਸਭਾਪਤੀ ਨੇ ਕਿਉਂਕਿ ਉਹ ਜਿਹੜੇ ਨੇ ਭਾਰਤ ਦੇ ਉਪ ਰਾਸ਼ਟਰਪਤੀ ਨੇ। ਤਾਂ ਜਦੋਂ ਵੀ ਭਾਰਤ ਦੇ ਉਪ ਰਾਸ਼ਟਰਪਤੀ ਆਪਣਾ ਅਸਤੀਫਾ ਦੇਣਗੇ, ਜਾਂ ਮੈਂ ਕਹਿ ਸਕਦਾ ਵੀ ਜਿਹੜੇ ਰਾਜ ਸਭਾ ਹੈ ਉਹਨਾਂ ਦੇ ਸਭਾਪਤੀ ਅਸਤੀਫਾ ਦੇਣਗੇ, ਤਾਂ ਉਹ ਆਪਣਾ ਅਸਤੀਫਾ ਰਾਸ਼ਟਰਪਤੀ ਨੂੰ ਦੇਣਗੇ। ਤਾਂ ਤੁਸੀਂ ਜ਼ਰੂਰ ਧਿਆਨ ਦੇਣਾ, ਉਹ ਆਪਣਾ ਅਸਤੀਫਾ ਉਪ ਸਭਾਪਤੀ ਨੂੰ ਕਦੇ ਨਹੀਂ ਦੇਣਗੇ, ਕਿਉਂਕਿ ਉਹ ਆਪਣਾ ਅਸਤੀਫਾ ਰਾਸ਼ਟਰਪਤੀ ਨੂੰ ਹੀ ਦੇਣਗੇ। ਤਾਂ ਜਿਹੜੇ ਸਭਾਪਤੀ ਨੇ ਉਹ ਆਪਣਾ ਅਸਤੀਫਾ ਰਾਸ਼ਟਰਪਤੀ ਨੂੰ ਦੇਣਗੇ,
परंतु ਜਿਹੜੇ सभापति ने ਉਹ ਆਪਣਾ ਅਸਤੀਫਾ सभापति ਵੈਂਕਈਆ ਨਾਇਡੂ ਜੀ ਨੂੰ ਦੇਣਗੇ। ਤਾਂ ਗੱਲ ਤੁਸੀਂ ਜ਼ਰੂਰ ਧਿਆਨ ਦੇਣਾ। ਤਾਂ ਵਿਦਿਆਰਥੀਓ, ਹੁਣ ਤੱਕ ਆਪਾਂ ਪੜ੍ਹਿਆ ਲੋਕ ਸਭਾ ਅਤੇ ਰਾਜ ਸਭਾ ਬਾਰੇ। ਲੋਕ ਸਭਾ ਦੇ ਵਿੱਚ ਜੇਕਰ ਆਪਾਂ ਦੋਵਾਂ ਨੂੰ ਕੰਪੇਅਰ ਕਰਾਈਏ ਤਾਂ ਲੋਕ ਸਭਾ ਦੇ ਵਿੱਚ ਟੋਟਲ ਸੀਟਾਂ ਨੇ 552 ਅਤੇ ਰਾਜ ਸਭਾ ਦੇ ਟੋਟਲ ਸੀਟਾਂ ਨੇ 250। ਆ ਨੇ ਉਹ ਜਿਹੜੀਆਂ ਮੈਕਸਿਮਮ ਸੀਟਾਂ। ਪਰ ਜੇਕਰ ਮੈਂ ਸਟੇਟ ਅਤੇ ਮਤਲਬ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਵੰਡਾਂ ਤਾਂ 530 ਨੇ ਉਹ ਨੇ ਰਾਜਾਂ ਲਈ, ਪਲੱਸ 20 ਸੀਟਾਂ ਮੈਕਸਿਮਮ ਨੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਅਤੇ 2 ਨੇ ਐਂਗਲੋ ਇੰਡੀਅਨ ਲਈ। ਪਰ ਜੇਕਰ ਮੈਂ ਗੱਲ ਕਰਾਂ ਵੀ ਕਿੰਨੀਆਂ ਭਰੀਆਂ ਜਾਂਦੀਆਂ ਨੇ ਤਾਂ 530 ਸੀਟਾਂ ਜਿਹੜੀਆਂ ਉਹ ਫੁੱਲ ਰਾਜਾਂ ਲਈ ਭਰੀਆਂ ਜਾਂਦੀਆਂ ਨੇ, ਪਰ 13 ਸੀਟਾਂ ਯੂਟੀ ਲਈ ਭਰੀਆਂ ਜਾਂਦੀਆਂ ਨੇ ਅਤੇ 2 ਐਂਗਲੋ ਇੰਡੀਅਨ। ਤਾਂ ਟੋਟਲ ਹੋ ਗਈਆਂ 543 2 45 ਸੀਟਾਂ। ਠੀਕ। ਤਾਂ ਵਿਦਿਆਰਥੀ, ਹੁਣ ਆਪਾਂ ਚੱਲਦੇ ਹਾਂ 10 ਮਹੱਤਵਪੂਰਨ ਕੁਐਸਚਨਾਂ ਵੱਲ। ਮੈਨੂੰ ਪੂਰੀ ਉਮੀਦ ਹੈ ਜੇਕਰ ਤੁਸੀਂ ਆ ਮੇਰੀ ਵੀਡੀਓ ਧਿਆਨ ਨਾਲ ਸੁਣੀ ਹੈ ਤਾਂ ਤੁਸੀਂ ਇਹਨਾਂ 10 ਦੇ 10 ਕੁਐਸਚਨਾਂ ਦੇ ਤੁਸੀਂ ਆਨਸਰ ਸਹੀ ਦੇ ਦੇਵੋਗੇ। ਕੁਐਸਚਨ ਨੰਬਰ 61, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਰਾਜ ਸਭਾ ਦੇ ਪ੍ਰਤੀਨਿਧੀਆਂ ਦੀ ਵੱਧ ਤੋਂ ਵੱਧ ਗਿਣਤੀ ਹੇਠ ਲਿਖਿਆਂ ਵਿੱਚੋਂ ਇੱਕ ਹੈ। ਇਸ ਦਾ ਮਤਲਬ ਹੈ ਕਿ ਰਾਜ ਸਭਾ ਦੇ ਵਿੱਚ ਵੱਧ ਤੋਂ ਵੱਧ ਕਿੰਨੇ ਮੈਂਬਰ ਜਿਹੜੇ ਰਾਜ ਸਭਾ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੋ ਸਕਦੇ ਨੇ। ਆਪਸ਼ਨ ਏ 238, ਆਪਸ਼ਨ ਬੀ 212, ਆਪਸ਼ਨ ਸੀ 200 ਅਤੇ ਆਪਸ਼ਨ ਡੀ 220। ਅਤੇ ਇਸ ਦਾ ਸਹੀ ਆਨਸਰ ਹੈ ਆਪਸ਼ਨ ਏ 238। ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਹੀ, ਜਿਹੜੇ ਰਾਜ ਸਭਾ ਦੇ ਮੈਕਸਿਮਮ ਮੈਂਬਰ ਨੇ ਉਹ 250 ਹੋ ਸਕਦੇ ਨੇ। 250 ਦੇ ਵਿੱਚੋਂ ਹਾਲੇ ਤੱਕ 245 ਮੈਂਬਰ ਹੀ ਭਰੇ ਜਾਂਦੇ ਨੇ। ਠੀਕ ਹੈ ਜੀ। 245 ਦੇ ਵਿੱਚੋਂ ਅੱਗੇ ਗੱਲ ਕਰੀਏ ਤਾਂ 238 ਉਹ ਮੈਂਬਰ ਨੇ ਜਿਹੜੇ ਵੱਧ ਤੋਂ ਵੱਧ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਆ ਸਕਦੇ ਨੇ, ਮਤਲਬ ਸਟੇਟਸ ਐਂਡ ਯੂਟੀ ਤੋਂ। ਪਰੰਤੂ ਹੁਣ ਤੱਕ ਸਿਰਫ 233 ਸੀਟਾਂ ਹੀ ਭਰੀਆਂ ਜਾਂਦੀਆਂ ਨੇ। ਪਰ ਕੁਐਸਚਨ ਦੇ ਵਿੱਚ ਪੁੱਛਿਆ ਵੀ ਵੱਧ ਤੋਂ ਵੱਧ ਗਿਣਤੀ ਕਿੰਨੀ ਹੋ ਸਕਦੀ ਹੈ। ਵੱਧ ਤੋਂ ਵੱਧ ਤਾਂ 238 ਹੋ ਸਕਦੀ ਹੈ, ਪਰ ਜੇ ਉਹ ਪੁੱਛੇ ਵੀ ਵੱਧ ਤੋਂ ਵੱਧ ਕਿੰਨੀ ਹੁਣ ਤੱਕ ਭਰੀ ਜਾਂਦੀ ਹੈ ਤਾਂ ਉਸ ਦਾ ਆਨਸਰ ਆਉਣਾ ਸੀ 233। ਤਾਂ ਤੁਸੀਂ ਦੋਵਾਂ ਕੁਐਸਚਨਾਂ ਨੂੰ ਪੂਰੇ ਧਿਆਨ ਨਾਲ ਵੇਖਣਾ। ਹੁਣ ਚੱਲਦੇ ਹਾਂ ਆਪਾਂ ਕੁਐਸਚਨ ਨੰਬਰ 62 ਵੱਲ। ਲੋਕ ਸਭਾ ਵਿੱਚ ਅਹੁਦਾ ਸੰਭਾਲਣ ਲਈ ਘੱਟੋ ਘੱਟ ਉਮਰ ਕਿੰਨੀ ਹੈ। ਬਹੁਤ ਹੀ ਆਸਾਨ ਕੁਐਸਚਨ ਹੈ। ਇਸ ਦਾ ਸਹੀ ਆਨਸਰ ਹੈ ਆਪਸ਼ਨ ਸੀ। ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਲੋਕ ਸਭਾ ਦੀ ਘੱਟ ਤੋਂ ਘੱਟ ਉਮਰ 25, ਰਾਜ ਸਭਾ ਦੀ 30 ਅਤੇ ਰਾਸ਼ਟਰਪਤੀ ਦੀ 35। ਹੁਣ ਆਪਾਂ ਚੱਲਦੇ ਹਾਂ ਕੁਐਸਚਨ ਨੰਬਰ 63 ਵੱਲ। ਲੋਕ ਸਭਾ ਦੇ ਪਿਤਾ ਵਜੋਂ ਕਿਸ ਨੂੰ ਜਾਣਿਆ ਜਾਂਦਾ ਹੈ। ਆਪਸ਼ਨ ਏ ਜੀ.ਵੀ. ਮਾਵਲੰਕਰ, ਆਪਸ਼ਨ ਬੀ ਰਾਬੀ ਰੇ, ਆਪਸ਼ਨ ਸੀ ਪੀ.ਏ. ਸੰਗਮਾ, ਆਪਸ਼ਨ ਡੀ ਬਲਰਾਮ ਜਾਖੜ। ਤਾਂ ਇਹਦਾ ਸਹੀ ਆਨਸਰ ਹੈ ਆਪਸ਼ਨ ਏ ਜੀ.ਵੀ. ਮਾਵਲੰਕਰ। ਜੇਕਰ ਉਹ ਪੁੱਛਣ ਸੰਵਿਧਾਨ ਦੇ ਪਿਤਾ ਤਾਂ ਉਹ ਆਪਾਂ ਨੂੰ ਪਤਾ ਹੈ ਡਾਕਟਰ ਭੀਮ ਰਾਓ ਜੀ ਅੰਬੇਦਕਰ। ਪਰ ਜੇਕਰ ਉਹ ਪੁੱਛਣ ਲੋਕ ਸਭਾ ਦੇ ਪਿਤਾ ਤਾਂ ਉਹ ਨੇ ਜੀ.ਵੀ. ਮਾਵਲੰਕਰ। ਜਿਹੜੇ ਜੀ.ਵੀ. ਮਾਵਲੰਕਰ ਨੇ ਉਹਨਾਂ ਨੂੰ ਪਹਿਲੀ ਲੋਕ ਸਭਾ ਦੇ ਅਧਿਅਕਸ਼ ਚੁਣਿਆ ਗਿਆ ਸੀ, ਜਿਹੜੇ ਕਿ 1951-52 ਦੇ ਵਿੱਚ ਹੋਏ ਸਨ। ਹੁਣ ਚੱਲਦੇ ਹਾਂ ਆਪਾਂ ਕੁਐਸਚਨ ਨੰਬਰ 64 ਵੱਲ। ਇੱਕ ਲੋਕ ਸਭਾ ਸਪੀਕਰ ਆਪਣਾ ਅਸਤੀਫਾ ਹੇਠ ਲਿਖਿਆਂ ਵਿੱਚੋਂ ਕਿਸ ਨੂੰ ਸੰਬੋਧਨ ਕਰਦਾ ਹੈ। ਆਪਸ਼ਨ ਏ ਡਿਪਟੀ ਸਪੀਕਰ, ਆਪਸ਼ਨ ਬੀ ਰਾਸ਼ਟਰਪਤੀ, ਆਪਸ਼ਨ ਸੀ ਪ੍ਰਧਾਨ ਮੰਤਰੀ ਅਤੇ ਆਪਸ਼ਨ ਡੀ ਕਾਨੂੰਨ ਮੰਤਰਾਲੇ। ਬਹੁਤ ਹੀ ਆਸਾਨ ਕੁਐਸਚਨ। ਇਹਦਾ ਸਹੀ ਆਨਸਰ ਹੈ ਆਪਸ਼ਨ ਏ। ਜਿਹੜਾ ਲੋਕ ਸਭਾ ਦਾ ਸਪੀਕਰ ਹੈ ਉਹ ਆਪਣਾ ਅਸਤੀਫਾ ਡਿਪਟੀ ਸਪੀਕਰ ਨੂੰ ਦੇਵੇਗਾ, ਪਰੰਤੂ ਜਿਹੜਾ ਰਾਜ ਸਭਾ ਦਾ ਸਭਾਪਤੀ ਹੈ ਉਹ ਆਪਣਾ ਅਸਤੀਫਾ ਉਪ ਸਭਾਪਤੀ ਨੂੰ ਨਹੀਂ ਦੇਵੇਗਾ। ਉਹ ਆਪਣਾ ਅਸਤੀਫਾ ਜਿਹੜਾ ਰਾਸ਼ਟਰਪਤੀ ਨੂੰ ਦੇਵੇਗਾ, ਅਤੇ ਜਿਹੜਾ ਉਪ ਸਭਾਪਤੀ ਹੈ ਉਹ ਆਪਣਾ ਅਸਤੀਫਾ ਸਭਾਪਤੀ ਨੂੰ ਹੀ ਦੇਵੇਗਾ। ਠੀਕ ਹੈ ਜੀ। ਹੁਣ ਆਪਾਂ ਚੱਲਦੇ ਹਾਂ ਕੁਐਸਚਨ ਨੰਬਰ 65 ਵੱਲ। ਸੰਸਦ ਦੇ 2 ਸੈਸ਼ਨਾਂ ਵਿਚਕਾਰ ਅੰਤਰਾਲ ਦੀ ਅਧਿਕਤਮ ਅਵਧੀ ਕਿੰਨੀ ਹੁੰਦੀ ਹੈ। ਆਪਸ਼ਨ ਏ 30 ਦਿਨ, ਆਪਸ਼ਨ ਬੀ 50 ਦਿਨ, ਆਪਸ਼ਨ ਸੀ 6 ਮਹੀਨੇ ਜਾਂ ਆਪਸ਼ਨ ਡੀ 12 ਮਹੀਨੇ। ਤਾਂ ਇਸ ਦਾ ਸਹੀ ਆਨਸਰ ਹੈ ਆਪਸ਼ਨ ਸੀ 6 ਮਹੀਨੇ। ਜਿਹੜੇ ਸੰਸਦ ਦੇ 2 ਸੈਸ਼ਨ ਨੇ ਉਹਨਾਂ ਦੇ ਵਿਚਕਾਰ ਜਿਹੜੀ ਵੱਧ ਤੋਂ ਵੱਧ ਸੀਮਾ ਹੈ ਉਹ 6 ਮਹੀਨਿਆਂ ਦੀ ਹੁੰਦੀ ਹੈ। ਹੁਣ ਆਪਾਂ ਚੱਲਦੇ ਹਾਂ ਕੁਐਸਚਨ ਨੰਬਰ 66 ਵੱਲ। ਰਾਜ ਸਭਾ ਮੈਂਬਰਾਂ ਦਾ ਕਿਹੜਾ ਹਿੱਸਾ ਹਰ 2 ਸਾਲ ਬਾਅਦ ਰਿਟਾਇਰ ਹੁੰਦਾ ਹੈ। ਆਪਸ਼ਨ ਏ 2/3, ਆਪਸ਼ਨ ਬੀ 1/3, ਆਪਸ਼ਨ ਸੀ
ਸੋਰੀ ਇੱਥੇ ਆਪਸ਼ਨ ਸੀ ਕਰ ਲੈਣਾ। 1/2 ਅਤੇ ਆਪਸ਼ਨ ਡੀ 1/6। ਤਾਂ ਬਹੁਤ ਹੀ ਆਸਾਨ ਇਸ ਦਾ ਆਨਸਰ ਹੈ ਆਪਸ਼ਨ ਬੀ 1/3 ਹਿੱਸਾ ਹੈ ਉਹ 2 ਸਾਲ ਬਾਅਦ ਰਿਟਾਇਰ ਹੋ ਜਾਂਦਾ ਹੈ। ਤਾਂ ਚੱਲਦੇ ਹਾਂ ਆਪਾਂ ਅਗਲੇ ਕੁਐਸਚਨ ਨੰਬਰ 67। ਲੋਕ ਸਭਾ ਦਾ ਕੋਰਮ ਕੀ ਹੈ? ਆਪਸ਼ਨ ਏ 1/3, ਆਪਸ਼ਨ ਬੀ 1/5, ਆਪਸ਼ਨ ਸੀ 1/7 ਅਤੇ ਆਪਸ਼ਨ ਡੀ 1/10। ਤਾਂ ਇਹਦਾ ਸਹੀ ਆਨਸਰ ਹੈ ਆਪਸ਼ਨ ਡੀ 1/10। ਲੋਕ ਸਭਾ ਦਾ ਕੋਰਮ ਦਾ ਮਤਲਬ ਹੈ ਕਿ ਜਦੋਂ ਵੀ ਲੋਕ ਸਭਾ ਦੇ ਵਿੱਚ ਕੋਈ ਵੀ ਕਾਰਵਾਈ ਹੁੰਦੀ ਹੈ ਤਾਂ ਕੁੱਲ ਮੈਂਬਰਾਂ ਦਾ ਕਿੰਨਾ ਹਿੱਸਾ ਹੈ ਜਿਹੜਾ ਉੱਥੇ ਰਹਿਣਾ ਬਹੁਤ ਜ਼ਰੂਰੀ ਹੈ। ਤਾਂ ਇਸ ਦਾ ਸਹੀ ਆਨਸਰ ਹੈ 10ਵਾਂ ਹਿੱਸਾ। ਵੀ ਜਿੰਨੇ ਵੀ ਟੋਟਲ ਮੈਂਬਰ ਨੇ, ਜਿਵੇਂ ਗੱਲ ਕਰ ਲੋਕ ਸਭਾ ਦੀ, ਤਾਂ ਟੋਟਲ 550 ਮੈਂਬਰ ਨੇ ਜਾਂ 552 ਮੈਂਬਰ ਨੇ, ਤਾਂ ਇਹਨਾਂ ਦਾ ਜਿਹੜਾ 10ਵਾਂ ਹਿੱਸਾ ਹੈ ਲਗਭਗ ਜਿਹੜੇ 55 ਨੇ ਉਹ ਮੈਂਬਰ ਉੱਥੇ ਰਹਿਣੇ ਬਹੁਤ ਜ਼ਰੂਰੀ ਨੇ। ਤਾਂ ਇਹਦਾ ਸਹੀ ਆਨਸਰ ਹੈ 1/10। ਹੁਣ ਆਪਾਂ ਚੱਲਦੇ ਹਾਂ ਕੁਐਸਚਨ ਨੰਬਰ 68 ਵੱਲ। ਇੱਕ ਸਾਲ ਵਿੱਚ ਲੋਕ ਸਭਾ ਦੇ ਕਿੰਨੇ ਸੈਸ਼ਨ ਹੁੰਦੇ ਨੇ? ਆਪਸ਼ਨ ਏ 2, ਆਪਸ਼ਨ ਬੀ 3, ਆਪਸ਼ਨ ਸੀ 4 ਅਤੇ ਆਪਸ਼ਨ ਡੀ 5। ਬਹੁਤ ਹੀ ਆਸਾਨ ਕੁਐਸਚਨ ਹੈ। ਇਹਦਾ ਸਹੀ ਆਨਸਰ ਹੈ ਆਪਸ਼ਨ ਬੀ 3। ਜਿਹੜੇ ਲੋਕ ਸਭਾ ਦੇ ਨੇ ਉਹ ਟੋਟਲ 3 ਸੈਸ਼ਨ ਹੁੰਦੇ ਨੇ, ਜਿਵੇਂ ਤੁਹਾਡੇ ਸਕਰੀਨ 'ਤੇ ਵੇਖ ਰਿਹਾ ਹੈ, ਬਜਟ ਸੈਸ਼ਨ, ਮਾਨਸੂਨ ਸੈਸ਼ਨ ਅਤੇ ਵਿੰਟਰ ਸੈਸ਼ਨ। ਹੁਣ ਆਪਾਂ ਚੱਲਦੇ ਹਾਂ ਕੁਐਸਚਨ ਨੰਬਰ 69 ਵੱਲ। ਰਾਸ਼ਟਰਪਤੀ ਦੁਆਰਾ ਰਾਜ ਸਭਾ ਲਈ ਕਿੰਨੇ ਮੈਂਬਰਾਂ ਨੂੰ ਨੋਮੀਨੇਟ ਕੀਤਾ ਜਾਂਦਾ ਹੈ? ਤਾਂ ਬਹੁਤ ਹੀ ਈਜ਼ੀ ਕੁਐਸਚਨ ਹੈ, ਇੱਥੇ ਤਾਂ ਆਪਸ਼ਨ ਦੀ ਜ਼ਰੂਰਤ ਵੀ ਨਹੀਂ ਪੈਣੀ ਚਾਹੀਦੀ। ਜਿਹੜੇ ਰਾਸ਼ਟਰਪਤੀ ਦੁਆਰਾ ਰਾਜ ਸਭਾ ਦੇ ਨੇ ਉਹ ਟੋਟਲ 12 ਮੈਂਬਰ ਨੇ ਜਿਹੜੇ ਰਾਸ਼ਟਰਪਤੀ ਨੋਮੀਨੇਟ ਕਰਦੇ ਨੇ। ਜੇਕਰ ਉਹ ਪੁੱਛੇ ਰਾਜ ਸਭਾ ਅਤੇ ਲੋਕ ਸਭਾ ਨੂੰ ਮਿਲਾ ਕੇ ਤਾਂ ਫਿਰ ਉਹਦਾ ਸਹੀ ਆਨਸਰ ਹੋਣਾ ਸੀ 14। ਜੇਕਰ ਪੁੱਛੇ ਰਾਜ ਸਭਾ ਦੇ ਤਾਂ ਆਨਸਰ ਹੈ 12। ਜੇਕਰ ਪੁੱਛੇ ਲੋਕ ਸਭਾ ਦੇ ਤਾਂ ਉਸ ਦਾ ਆਨਸਰ ਹੈ 2, ਜਿਹੜੇ ਨੇ ਐਂਗਲੋ ਇੰਡੀਅਨ। ਤਾਂ ਆਪਣੇ ਕੁਐਸਚਨ ਦਾ ਸਹੀ ਆਨਸਰ ਹੈ ਆਪਸ਼ਨ ਸੀ। ਤਾਂ ਹੁਣ ਆਪਾਂ ਚੱਲਦੇ ਹਾਂ ਕੁਐਸਚਨ ਨੰਬਰ 70 ਵੱਲ। ਰਾਜ ਸਭਾ ਦਾ ਚੇਅਰਮੈਨ ਹੈ? ਆਪਸ਼ਨ ਏ ਭਾਰਤ ਦੇ ਰਾਸ਼ਟਰਪਤੀ, ਆਪਸ਼ਨ ਬੀ ਭਾਰਤ ਦੇ ਉਪ ਰਾਸ਼ਟਰਪਤੀ, ਆਪਸ਼ਨ ਸੀ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਆਪਸ਼ਨ ਡੀ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਇਸ ਦਾ ਸਹੀ ਆਨਸਰ ਹੈ ਆਪਸ਼ਨ ਬੀ। ਜਿਹੜੇ ਰਾਜ ਸਭਾ ਦੇ ਚੇਅਰਮੈਨ ਜਾਂ ਸਭਾਪਤੀ ਨੇ ਉਹ ਨੇ ਭਾਰਤ ਦੇ ਉਪ ਰਾਸ਼ਟਰਪਤੀ। ਜੇਕਰ ਉਹ ਪੁੱਛੇ ਲੋਕ ਸਭਾ ਦਾ ਸਭ ਤੋਂ ਵੱਡਾ ਨੇਤਾ ਕੌਣ ਹੈ ਤਾਂ ਉਹਦਾ ਸਹੀ ਆਨਸਰ ਹੋਣਾ ਸੀ ਭਾਰਤ ਦਾ ਪ੍ਰਧਾਨ ਮੰਤਰੀ। ਹੁਣ ਤੁਹਾਡੇ ਸਕਰੀਨ 'ਤੇ ਹੈ ਉਹ ਕੁਐਸਚਨ ਜਿਸ ਦਾ ਆਨਸਰ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ ਹੈ। ਲੋਕ ਸਭਾ ਵਿੱਚ ਰਾਸ਼ਟਰਪਤੀ ਦੁਆਰਾ ਪਹਿਲਾ ਐਂਗਲੋ ਭਾਰਤੀ ਕੌਣ ਚੁਣਿਆ ਗਿਆ ਸੀ? ਵੀ ਜਿਹੜੀ ਲੋਕ ਸਭਾ ਹੋਈ ਸੀ, ਪਹਿਲਾਂ ਚੁਣਾਵ ਹੋਏ ਸੀ 1951 ਅਤੇ 52 ਵਿੱਚ, ਉਸ ਟਾਈਮ ਰਾਸ਼ਟਰਪਤੀ ਨੇ ਸਭ ਤੋਂ ਪਹਿਲਾਂ ਕਿਹੜਾ ਐਂਗਲੋ ਇੰਡੀਅਨ ਚੁਣਿਆ ਸੀ? ਅਤੇ ਇਸ ਦਾ ਆਨਸਰ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ। ਤਾਂ ਮੈਂ ਉਮੀਦ ਕਰਦਾ ਹਾਂ ਕਿ ਮੇਰੀ ਸੰਸਦ 'ਤੇ ਬਣੀ ਆਹ ਵੀਡੀਓ ਤੁਹਾਨੂੰ ਬਹੁਤ ਵਧੀਆ ਸਮਝ ਆਈ ਹੋਣੀ ਅਤੇ ਤੁਹਾਡੇ ਸਾਰੇ ਡਾਊਟ ਦੂਰ ਹੋ ਗਏ ਹੋਣੇ। ਮੇਰੀ ਵੀਡੀਓ ਦੇਖਣ ਲਈ ਧੰਨਵਾਦ।